ਗੱਲ ਕਰੀਏ ਸ਼ਰਮਾ ਜੀ ਪੰਥਕ ਰਾਜਨੀਤੀ ਦੀ। ਕਹਿੰਦੇ ਬੀਬੀ ਜੰਗੀਰ ਕੌਰ ਨੇ ਐਸਜੀਪੀਸੀ ਦੀ ਪ੍ਰਧਾਨਗੀ ਤੇ ਦਾਅਵਾ ਠੋਕ ਦਿੱਤਾ ਤੇ ਠੋਕਿਆ ਵੀ ਕਰੜਾ ਹੈ। ਪ੍ਰਧਾਨਗੀ ਦੀ ਚੋਣ ਹੋਣੀ ਹੈ 9 ਤਰੀਕ ਨੂੰ। ਬਿਲਕੁਲ ਪ੍ਰਵੀਨ ਜੀ, 9 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਇਜਲਾਸ ਹੈ। ਇਸ ਆਮ ਇਜਲਾਸ ਦੇ ਵਿੱਚ ਪ੍ਰਧਾਨ ਦੀ ਚੋਣ, ਜਨਰਲ ਸਕੱਤਰ ਦੀ ਚੋਣ, ਸੀਨੀਅਰ ਮੀਤ ਪ੍ਰਧਾਨ ਦੀ ਚੋਣ ਤੇ ਮੀਤ ਪ੍ਰਧਾਨ ਦੀ ਚੋਣ ਤੇ ਸਕੱਤਰ ਦੀ ਚੋਣ ਹੁੰਦੀ ਹੈ। ਸੋ ਇਸ ਚੋਣ ਦੇ ਲਈ ਸਭ ਤੋਂ ਵੱਡਾ ਮਸਲਾ ਹੁੰਦਾ ਪ੍ਰਧਾਨ ਬਣਨ ਦੇ ਲਈ ਜੀ। ਤੇ ਇਸ ਮੌਕੇ ਹਰਵਿੰਦਰ ਧਾਮੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਮੰਨਿਆ ਜਾਂਦਾ ਕਿ ਉਹ ਸਿਆਣੇ, ਸਧਾਰਨ, ਸਹਿਜ, ਨਿਮਰਤਾ ਵਾਲੇ ਵਿਅਕਤੀ ਨੇ ਤੇ ਅਕਾਲੀ ਦਲ ਦੇ ਵਿਸ਼ਵਾਸਯੋਗ ਵੀ ਬਣ ਗਏ ਨੇ। ਸੁਖਬੀਰ ਬਾਦਲ ਦੀ ਹਾਂ ਛਾਂ ਮਿਲਾਉਂਦੇ ਨੇ ਤੇ ਉਹਨਾਂ ਤੋਂ ਦਾਇਰੇ ਤੋਂ ਬਾਹਰ ਜਾ ਕੇ ਗੱਲ ਨਹੀਂ ਕਰਦੇ। ਸੋ ਇਹ ਇਸ ਲਈ ਮਤਲਬ ਕਿ ਹੋ ਸਕਦਾ ਕਿ ਉਹੀ ਪਸੰਦ ਹੋਣ, ਕਿਉਂਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਤੋਂ ਬਾਅਦ ਜੇਕਰ ਕਿਸੇ ਨੇ ਲੰਮਾ ਸਮਾਂ ਨਿਭਾਇਆ ਤਾਂ ਉਹ ਮੱਕੜ ਹੋਰੀ ਸੀਗੇ। ਸੋ ਮੱਕੜ ਹੋਰਾਂ ਨੂੰ ਲੰਮਾ ਸਮਾਂ ਮਿਲਿਆ, ਪਰ ਇਹ ਸਭ ਦੇ ਦਰਮਿਆਨ ਬੀਬੀ ਜਗੀਰ ਕੌਰ ਵੀ ਸਮਾਂ ਰਹਿੰਦੇ ਆਉਂਦੇ ਜਾਂਦੇ ਰਹੇ। ਸੋ 4 ਵਾਰ ਦੀ ਪ੍ਰਧਾਨਗੀ, 4 ਟਰਮ ਦੀ ਪ੍ਰਧਾਨਗੀ ਬੀਬੀ ਨੂੰ ਮਿਲੀ। ਵਿੱਚ ਇੱਕ ਵਾਰ ਬਦੰਤੀ ਆਪਣਾ ਤਲਵੰਡੀ ਸਾਹਿਬ ਦਾ ਵੀ ਮੌਕਾ ਲੱਗਦਾ ਰਿਹਾ। ਸੋ ਪਰ ਜਦੋਂ ਤੱਕ ਮੱਕੜ ਰਹੇ ਤਾਂ ਮੱਕੜ ਨੇ ਬਹੁਤ ਭਰੋਸਾ ਜਿੱਤ ਕੇ ਰੱਖਿਆ। ਬੇਸ਼ੱਕ ਗੁਰਦੁਆਰਿਆਂ ਦਾ ਕੋਈ ਸੁਧਾਰ ਹੋਇਆ ਜਾਂ ਨਹੀਂ ਹੋਇਆ, ਪੰਥਕ ਮਸਲੇ ਹੱਲ ਹੋਏ ਕਿ ਨਹੀਂ ਹੋਏ, ਪਰ ਬੀਬੀ ਜਗੀਰ ਕੌਰ ਪਹਿਲੀ ਵਾਰ ਜਦੋਂ ਆਉਂਦੇ ਨੇ ਤਦ ਉਹ ਬੇਸ਼ੱਕ ਬਣ ਕੇ ਆਸ਼ੀਰਵਾਦ ਬਾਦਲ ਦੇ ਆਸ਼ੀਰਵਾਦ ਨਾਲ ਆਉਂਦੇ ਨੇ, ਪਰ ਉਹ ਆਪਣੀ ਇੱਕ ਵੱਖਰੀ ਪਹਿਚਾਣ, ਵੱਖਰੀ ਸ਼ੈਲੀ, ਵੱਖਰਾ ਅੰਦਾਜ਼ ਉਹ ਮਤਲਬ ਕਿ ਆਪਣਾ ਬਣਾਉਣ 'ਚ ਕਾਮਯਾਬ ਹੁੰਦੇ ਨੇ। ਫਿਰ ਅਚਾਨਕ ਉਹ ਧੀ ਵਾਲੇ ਵਿਵਾਦ 'ਚ ਫਸਦੇ ਨੇ। ਇਹਦੇ ਕਾਰਨ ਉਹਨੂੰ ਲਾਂਭੇ ਵੀ ਹੋਣਾ ਪੈਂਦਾ, ਉਹਨਾਂ ਨੂੰ ਰੋਸ ਪ੍ਰਦਰਸ਼ਨ ਵੀ ਚੱਲਣਾ ਪੈਂਦਾ ਤੇ ਅਕਾਲੀ ਦਲ ਉਹਨਾਂ ਨੂੰ ਥੋੜਾ ਜਿਹਾ ਇਸ ਬਹਾਨੇ ਨਾਲ ਸਾਈਡਲਾਈਨ ਕਰਨ 'ਚ ਵੀ ਕਾਬਜ਼ ਹੁੰਦਾ। ਪਰ ਫਿਰ ਵੀ ਉਹ ਤੋਂ ਬਾਅਦ ਵੀ ਉਹ ਦੁਬਾਰਾ ਜਦੋਂ ਉਸ ਮਾਮਲੇ 'ਚ ਅਦਾਲਤੀ ਮਾਮਲਾ ਨਿਬੜ ਗਿਆ ਉਹ ਤੋਂ ਬਾਅਦ ਦੁਬਾਰਾ ਵੀ ਪ੍ਰਧਾਨ ਬਣਦੇ। ਸੋ 4 ਵਾਰ ਤੋਂ ਬਾਅਦ ਹੁਣ 5ਵੀਂ ਵਾਰ ਬਣਨ ਦੀ ਇੱਛਾ। ਇਹ ਉਹ ਮੌਕਾ ਹੈ ਜਦੋਂ ਅਕਾਲੀ ਦਲ ਦੇ ਅੰਦਰ ਵੀ ਕਰੋਸਾ ਹੈ ਤੇ ਅਕਾਲੀ ਦਲ ਦੇ ਅੰਦਰੋਂ ਵੀ ਕੁਝ ਧਿਰਾਂ ਬਾਹਰ ਆ ਚੁੱਕੀਆਂ। ਜੇਕਰ ਤੁਸੀਂ ਇਹ ਸਾਰੇ ਦੌਰ ਨੂੰ ਦੇਖਣਾ ਹੋਵੇ ਕਿ ਅਕਾਲੀ ਦਲ ਦੇ ਕੋਲ ਲੈ ਦੇ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਬੜੀ ਤਕੜੀ ਧਿਰ ਵਜੋਂ ਉੱਭਰ ਕੇ ਆਏ ਸੀ, ਸਰਨਿਆਂ ਨੂੰ ਹਰਾ ਕੇ ਬਾਕੀ ਧਿਰਾਂ ਨੂੰ ਲਾਂਭੇ ਕਰਕੇ ਵੱਡੀ ਹੋਂਦ 'ਚ ਆਏ। ਪਰ ਪਿਛਲੇ ਦਿਨਾਂ 'ਚ ਜੋ ਕੁਝ ਉੱਥੇ ਵਾਪਰਿਆ ਆਪਾਂ ਦੇਖਿਆ ਕਿ ਉਹਨਾਂ ਦਾ ਨਵਾਂ ਪ੍ਰਧਾਨ ਸਣੇ ਮੈਂਬਰ ਬੀਜੇਪੀ ਦੀ ਝੋਲੀ ਪੈ ਗਿਆ, ਨਵਾਂ ਉੱਥੇ ਦਿੱਲੀ ਅਕਾਲੀ ਦਲ ਹੋਂਦ 'ਚ ਲਿਆਂਦਾ ਤੇ ਉਹਦੇ ਰਾਹੀਂ ਉਧਰ ਚਲਾ ਗਿਆ ਤੇ ਹੁਣ ਇਹ ਸਰਨੇ ਨੂੰ ਜੱਫੀਆਂ ਪਾਉਂਦੇ ਫਿਰਦੇ ਨੇ। ਤੇ ਇੱਧਰ ਪੰਜਾਬ ਦੇ ਵਿੱਚ ਲਗਾਤਾਰ 2 ਵਾਰ ਵਿਧਾਨ ਸਭਾ ਚੋਣਾਂ ਛਾਰ ਹੋ ਲਈ ਅਕਾਲੀ ਦਲ ਦੀ। ਇਸ ਲਈ ਅਕਾਲੀ ਦਲ ਨੂੰ ਇਹ ਡਰ ਹੈ ਕਿ ਸਾਡੇ ਨਾਲ ਜਿਹੜੇ ਮੈਂਬਰ ਹੈਗੇ ਨੇ ਸਾਡੇ, ਕਿ ਉਹ ਵੀ ਸਾਡੇ ਨਾਲ ਖੜਨਗੇ ਜਾਂ ਨਹੀਂ। ਪਰ ਬੀਬੀ ਜਗੀਰ ਕੌਰ ਕਹਿੰਦੀ ਮੈਂ ਪਾਰਟੀ ਦੀ ਮਤਲਬ ਕਿ ਸੱਚੀ ਸਿਪਾਹੀ ਹਾਂ, ਮੈਂ ਪਾਰਟੀ ਦੇ ਖੇਤ ਹੀ ਚੱਲੀ ਹਾਂ ਤੇ ਇਸ ਲਈ ਹੁਣ ਪਾਰਟੀ ਨੂੰ ਮੈਨੂੰ ਦੱਸ ਦੇਵੇ ਕਿ ਪਾਰਟੀ ਨੂੰ ਮਸਲਾ ਕੀ ਹੈ, ਮੈਨੂੰ ਇਹ ਸੇਵਾ ਬਖਸ਼ਣ ਦਾ। ਜੇ ਨਹੀਂ ਬਖਸ਼ਣਾ ਮੈਂ ਤਾਂ ਵੀ ਚੋਣ ਲੜੂੰਗੀ ਜੀ। ਅੱਛਾ। ਸੋ ਇਸ ਲਈ ਬੀਬੀ ਨੇ ਆਪਣੇ ਇੱਕ ਤਰ੍ਹਾਂ ਦੇ ਪੱਤੇ ਖੋਲ ਦਿੱਤੇ ਨੇ। ਬੀਬੀ ਨੂੰ ਹੋ ਸਕਦਾ ਹੈ, ਕਿਉਂਕਿ ਜਿਵੇਂ ਦਾਦੂਵਾਲ ਕਹਿ ਰਿਹਾ ਕਿ ਬੀਬੀ ਜੀ ਹਰੇਕ ਨੂੰ ਚੋਣ ਲੜਨ ਦਾ ਅਧਿਕਾਰ ਹੈ ਤੇ ਇਸ ਲਈ ਤੁਸੀਂ ਵੀ ਲੜ ਸਕਦੇ ਹੋ। ਇਸੇ ਤਰ੍ਹਾਂ ਦਿੱਲੀ ਵਾਲੇ ਕਾਲਕਾ ਹੋਰੀ ਕਹਿ ਰਹੇ ਨੇ ਕਿ ਜੀ ਜੇ ਬੀਬੀ ਜੀ ਪੰਥ ਲਈ ਖੜੇ ਹੁੰਦੇ ਨੇ ਫਿਰ ਅਸੀਂ ਸਮਰਥਨ ਦੇਵਾਂਗੇ, ਅਸੀਂ ਸਾਥ ਦੇਵਾਂਗੇ। ਮੈਨੂੰ ਪਤਾ ਲੱਗ ਰਿਹਾ ਕਿ ਢੀਂਡਸਾ ਗਰੁੱਪ, ਮੈਨੂੰ ਪਤਾ ਲੱਗ ਰਿਹਾ ਕਿ ਕੁਝ ਹੋਰ ਬਾਹਰੀ ਮੈਂਬਰ ਉਹ ਵੀ ਤਿਆਰ ਨੇ ਤੇ ਇੱਧਰ ਅੰਦਰਲੇ ਮੈਂਬਰਾਂ ਨਾਲ ਬੀਬੀ ਜੀ ਨੇ ਸਿੱਧਾ ਸੰਪਰਕ ਖੁਦ ਕਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਮੈਂਬਰਾਂ ਤੱਕ ਸਿੱਧੀ ਪਹੁੰਚ ਕਰ ਲਈ ਹੈ। ਸੋ ਇਸ ਲਈ ਬੀਬੀ ਕਹਿੰਦੀ ਮੈਂ ਤਾਂ ਭਾਈ ਚੋਣ ਲੜਨੀ ਆ, ਮੈਂ ਤਾਂ ਦਾਅਵਾ ਠੋਕਣਾ ਹੀ ਠੋਕਣਾ। ਜੇ ਅਕਾਲੀ ਦਲ ਮੈਨੂੰ ਕਹਿ ਦੂਗਾ ਤਾਂ ਠੀਕ ਹੈ, ਮੈਂ ਸਰਬਸੰਮਤੀ ਨਾਲ ਲੜ ਲੂੰਗੀ, ਸਾਰਿਆਂ ਵੱਲੋਂ ਹੋ ਜੂਗੀ। ਤੇ ਜੇਕਰ ਅਕਾਲੀ ਦਲ ਨੇ ਸਮਰਥਨ ਨਹੀਂ ਦੇਣਾ ਮੈਂ ਤਾਂ ਵੀ ਲੜਨਾ। ਸੋ ਇਸ ਲਈ ਬੀਬੀ ਨੇ ਤਿਆਰੀ ਹੈ। ਕੀ ਇਹ ਤਿਆਰੀ ਅਕਾਲੀ ਦਲ ਨੂੰ ਡਰਾਉਣ ਲਈ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਲਈ ਉਹ ਬੀਬੀ ਨੇ ਦਾਅਵਾ ਠੋਕਿਆ, ਜਾਂ ਅਕਾਲੀ ਦਲ ਦੇ ਨਾਲ ਕੋਈ ਹੋਰ ਸਾਂਠ-ਗਾਂਠ ਕਰ ਲਈ ਹੈ, ਜਾਂ ਬਾਇਆ ਕਾਲਕਾ ਕੱਲ ਨੂੰ ਬੀਬੀ ਵੀ ਬੀਜੇਪੀ ਨਾਲ ਚੰਦੂ ਮਾਜਰੇ ਵਾਲੀ ਲਾਈਨ 'ਚ ਖੜ ਰਹੀ ਹੈ? ਸੋ ਪਿਛਲੇ ਦਿਨਾਂ 'ਚ ਆਲੀ, ਚੰਦੂ ਮਾਜਰਾ, ਜਗੀਰ ਕੌਰ ਇਹਨਾਂ ਦੀ ਬੈਠਕਾਂ ਵੀ ਹੁੰਦੀਆਂ ਰਹੀਆਂ, ਮੀਟਿੰਗਾਂ ਹੋਈਆਂ, ਉਹਨਾਂ ਬੈਠਕਾਂ 'ਚ ਬੀਬੀ ਵੀ ਸ਼ਾਮਲ ਰਹੀ ਹੈ। ਜੀ। ਸੋ ਇਸ ਲਈ ਇਸ ਮੌਕੇ ਸੁਖਬੀਰ ਬਾਦਲ ਲਈ ਇਹ ਨਵੀਂ ਚੁਣੌਤੀ ਹੈ ਕਿ ਹਰਿਆਣਾ ਵੀ ਤੁਹਾਡੇ ਹੱਥੋਂ ਗਿਆ, ਦਿੱਲੀ ਵੀ ਤੁਹਾਡੇ ਹੱਥੋਂ ਗਿਆ ਤੇ ਇਸ ਮੌਕੇ ਪੰਜਾਬ 'ਚ ਆਪਾਂ ਪਹਿਲਾਂ ਗੱਲ ਕਰਦੇ ਹਾਂ ਕੀ ਬੀਬੀ ਜਗੀਰ ਕੌਰ ਦੇ ਉੱਤੇ ਸੰਘ ਦਾ ਵੀ ਆਸ਼ੀਰਵਾਦ ਆ ਰਿਹਾ। ਸੋ ਇਸ ਲਈ 9 ਤਰੀਕ ਨੂੰ ਕਾਫੀ ਕੁਛ ਅਹਿਮ ਹੋ ਸਕਦਾ ਹੈ। ਜੇਕਰ ਪ੍ਰਵੀਨ ਜੀ ਮਾਨ ਧੜੇ ਵੱਲੋਂ, ਢੀਂਡਸਾ ਧੜੇ ਵੱਲੋਂ ਜਾਂ ਜਥੇਦਾਰ ਭਾਈ ਰਣਜੀਤ ਸਿੰਘ ਹੋਰਾਂ ਵੱਲੋਂ ਜਾਂ ਦਿੱਲੀ ਵਾਲੇ ਕਿਸੇ ਜਿਨ੍ਹਾਂ ਨੇ ਇੱਥੇ ਦਫ਼ਤਰ ਵੀ ਬਣਾ ਲਿਆ ਅੰਮ੍ਰਿਤਸਰ 'ਚ, ਉਸ ਧੜੇ ਵੱਲੋਂ ਕੋਈ ਵੀ ਨੁਮਾਇੰਦਾ ਪੇਸ਼ ਨਹੀਂ ਕੀਤਾ ਜਾਂਦਾ ਪ੍ਰਧਾਨ ਲਈ,
ਪਰ ਬੀਬੀ ਜਗੀਰ ਕੌਰ ਮੈਦਾਨ ਚਾਹੁੰਦੀ ਆ ਔਰ ਸ਼੍ਰੋਮਣੀ ਅਕਾਲੀ ਦਲ ਧਾਮੀ ਹੋਰਾਂ ਨੂੰ ਜਾਂ ਕਿਸੇ ਹੋਰ ਨੂੰ ਸਾਹਮਣੇ ਲਿਆਉਂਦੇ ਨੇ, ਤਦ ਇਹਦਾ ਮਤਲਬ ਬਾਕੀ ਸਾਰੀਆਂ ਧਿਰਾਂ ਬੀਬੀ ਦੀ ਪਿੱਠ ਤੇ ਆਉਣਗੀਆਂ। ਤੇ ਇਹ ਵੀ ਹੋ ਸਕਦਾ ਕਿ ਬੀਬੀ ਨੂੰ ਕਾਂਗਰਸੀਆਂ ਦਾ ਔਰ ਆਪ ਦਾ ਸਮਰਥਨ ਵੀ ਮਿਲ ਜਾਵੇ, ਚਾਹੇ ਉਹਨਾਂ ਦੇ ਮੈਂਬਰ ਹੈ ਜਾਂ ਨਹੀਂ ਹੈ। ਸੋ ਇਸ ਲਈ ਰਾਜਨੀਤਿਕ ਖਾੜੇ ਵਜੋਂ ਦੇਖਿਆ ਜਾ ਰਿਹਾ 9 ਤਰੀਕ ਨੂੰ। 9 ਤਰੀਕ ਦਾ ਆਮ ਇਜਲਾਸ ਇਸ ਵਾਰ ਤਿੱਖਾ ਹੋ ਸਕਦਾ ਜੇਕਰ ਬੀਬੀ ਨੂੰ ਨਹੀਂ ਮਨਾਉਣ ਚ ਕਾਮਯਾਬ ਹੁੰਦਾ, ਕਿਉਂਕਿ ਸੁਖਬੀਰ ਨਾਲ ਔਰ ਹਰਸਿਮਰਤ ਨਾਲ ਤਾਂ ਬੀਬੀ ਦੀ ਬਿਲਕੁਲ ਹੀ ਨਹੀਂ ਬਣਦੀ। ਬੀਬੀ ਹਰਸਿਮਰਤ ਨਾਲ ਤਾਂ ਬੀਬੀ ਜਗੀਰ ਕੌਰ ਹੋਰਾਂ ਦੀ ਇੱਕ ਵਾਰ ਖਾਸੀ ਤਕਰਾਰ ਦੀਆਂ ਖਬਰਾਂ ਸਾਹਮਣੇ ਆ ਗਈਆਂ ਸੀਗੀਆਂ, ਜਦੋਂ ਇੱਕ ਮਤਲਬ ਕਿ ਤਖਤ ਦੇ ਉੱਤੇ ਇੱਕ ਨਾਂ ਲਾਉਣ ਦੇ ਲਈ, ਪੱਟਾ ਲਾਉਣ ਦੇ ਨਾਂ ਦੇ ਉੱਤੇ ਵਿਵਾਦ ਬਣਿਆ ਤੇ ਉਸ ਨੂੰ ਲੈ ਕੇ ਖਾਸੀ ਵਿਵਾਦ ਬਣ ਗਿਆ ਸੀਗਾ। ਤੇ ਉਸ ਤੋਂ ਬਾਅਦ ਪਤਾ ਲੱਗ ਰਿਹਾ ਕਿ ਬਸ ਫਤਿਹ ਦੀ ਉਹ ਸਾਂਝ ਹੈ ਜਗੀਰ ਕੌਰ ਤੇ ਹਰਸਿਮਰਤ ਤੇ ਸੁਖਬੀਰ ਬਾਦਲ ਵਿਚਾਲੇ। ਸੋ ਇਸ ਲਈ ਉਹ ਨਾਰਾਜ਼ਗੀ ਤੇ ਵਿਰੋਧੀਆਂ ਦਾ ਸਾਥ ਬੀਬੀ ਜਗੀਰ ਕੌਰ ਨੂੰ ਕੀ ਪ੍ਰਧਾਨਗੀ ਦੀ ਕੁਰਸੀ ਤੱਕ ਲੈ ਜਾਏਗਾ, ਜਾਂ ਬੀਬੀ ਨੂੰ ਸਾਈਡਲਾਈਨ ਕਰਕੇ ਢੀਂਡਸਿਆਂ ਦੇ ਗਰੁੱਪ 'ਚ ਬਿਠਾਉਣ ਦੇ ਲਈ, ਜਾਂ ਕਾਲ ਕੌਲਾਂ ਦੇ ਨਾਲ ਜਾਣ ਦੇ ਲਈ, ਜਾਂ ਸਰਸੇ ਉਹਨਾਂ ਦੇ ਨਾਲ ਜਾਣ ਦੇ ਲਈ ਮਜਬੂਰ ਕਰ ਦੇਗਾ, ਜਾਂ ਬੀਬੀ ਕਿਸੇ ਨਵੇਂ ਦਾਅ ਦੇ ਵਿੱਚ ਹੈ। 9 ਤਰੀਕ ਨੂੰ ਸਾਫ਼ ਹੋਏਗਾ। ਪਰ ਫਿਲਹਾਲ ਬੀਬੀ ਨੇ ਦਾਅਵਾ ਠੋਕਤਾ ਕਿ ਹੁਣ ਮੈਂ ਪ੍ਰਧਾਨਗੀ ਦੀ ਚੋਣ ਲੜੂੰਗੀ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਜੀ ਲੰਘੇ ਦਿਨੀ ਜਦੋਂ ਅਕਾਲੀ ਦਲ ਦੀ ਪ੍ਰਧਾਨਗੀ ਬਾਰੇ ਚਰਚਾਵਾਂ ਛਿੜੀਆਂ ਸੀ, ਬੀਬੀ ਜੀ ਚੰਡੀਗੜ੍ਹ ਦੇ ਵਿੱਚ ਬੈਠੇ ਸੀ ਇੱਕ ਮੀਟਿੰਗ ਦੇ ਵਿੱਚ। ਉੱਥੇ ਤੁਹਾਡੇ ਵਰਗੇ ਕਿਸੇ ਪੱਤਰਕਾਰ ਨੂੰ ਪਤਾ ਲੱਗ ਗਿਆ ਕਿ ਅਕਾਲੀ ਦਲ ਦਾ ਇੱਕ ਗਰੁੱਪ ਆ ਜਿਹੜਾ ਮੀਟਿੰਗ ਕਰ ਰਿਹਾ। ਬੀਬੀ ਜੀ ਪੱਤਰਕਾਰ ਨੂੰ ਕਹਿੰਦੇ ਮੇਰੀ ਫੋਟੋ ਨਾ ਖਿੱਚੀ। ਅਗਲੇ ਦਿਨ ਬੀਬੀ ਜੀ ਅਕਾਲੀ ਦਲ ਦੀ ਮੀਟਿੰਗ ਦੇ ਵਿੱਚ ਸੀਗੇ। ਸੋ ਖੈਰ ਬੀਬੀ ਜੀ ਨਾਲ ਫੋਟੋਆਂ ਦਾ ਕਿੱਸਾ ਤਾਂ ਬਹੁਤ ਰਿਹਾ ਜੀ। ਪ੍ਰਵੀਨ ਜੀ, ਬਾਦਲਾਂ ਦੀ ਜਿੱਦਣ ਪੇਸ਼ੀ ਸੀ ਨਾ, ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ, ਜਿੱਦਣ ਰੋਪੜ ਜੇਲ੍ਹ 'ਚ ਪੇਸ਼ ਕਰਕੇ ਜੇਲ੍ਹ ਭੇਜਿਆ ਸੀ, ਜੀ ਉਸ ਦਿਨ ਬੀਬੀ ਜਗੀਰ ਕੌਰ ਹੋਰੀ ਆਨੰਦਪੁਰ ਸਾਹਿਬ ਤੋਂ ਬੀਬੀਆਂ ਦਾ ਜੱਥਾ ਲੈ ਕੇ ਟ੍ਰੇਨ 'ਚ ਚੜ੍ਹ ਗਏ ਜੀ। ਰੇਲ ਗੱਡੀ 'ਚ ਚੜ੍ਹੇ ਤੇ ਪ੍ਰਧਾਨ ਸੀਗੇ ਉਸ ਟਾਈਮ ਬੀਬੀ ਜਗੀਰ ਕੌਰ ਹੋਰੀ, ਤੇ ਇਹ ਜੱਥਾ ਲੈ ਕੇ ਚੜ੍ਹੇ ਤੇ ਜੀ ਇਹਨਾਂ ਨੇ ਅੰਬਾਲੇ ਤੱਕ ਦੀਆਂ ਟਿਕਟਾਂ ਲੈ ਲਈਆਂ ਜੀ, ਤੇ ਰੋਪੜ ਇਹਨਾਂ ਨੂੰ ਉਤਾਰ ਲਿਆ ਰੇਲਵੇ ਸਟੇਸ਼ਨ ਤੇ। ਪਤਾ ਤਾਂ ਸੀਗਾ ਕਿ ਆਉਣਾ ਤਾਂ ਰੋਪੜ ਹੀ ਹੈ, ਪ੍ਰਦਰਸ਼ਨ ਤਾਂ ਉੱਥੇ ਹੀ ਕਰਨਾ ਸੀ ਕਚਹਿਰੀਆਂ 'ਚ ਆ ਕੇ, ਤੇ ਉਹਨਾਂ ਨੇ ਰੋਪੜ ਉਤਾਰ ਲਿਆ। ਤੇ ਬੀਬੀ ਜੀ ਕਹਿੰਦੀ ਭਾਈ ਅਸੀਂ ਤਾਂ ਟਿਕਟਾਂ ਅੰਬਾਲੇ ਦੀਆਂ ਲਈਆਂ, ਸਾਨੂੰ ਕਿਉਂ ਉਤਾਰਿਆ? ਤੇ SSP ਸਾਹਿਬ ਉੱਥੇ ਤੇ DSP ਸਾਹਿਬ ਉੱਥੇ ਇਹਨਾਂ ਨੂੰ ਕਹੀ ਜਾਣ ਕੇ ਨਹੀਂ ਬੀਬੀ ਜੀ ਤੁਸੀਂ ਸਰਕਾਰ ਤੋਂ ਸਾਡੇ ਬੇਨਤੀ ਹੈ ਚੁੱਪ ਕਰਕੇ ਆ ਜਾਓ, ਬੱਸ ਚੜੋ। ਤੇ ਬੀਬੀ ਜੀ ਉੱਥੇ ਚੌਂਕੜਾ ਮਾਰ ਕੇ ਨਾਲ ਆਪਣੀਆਂ ਜਿੰਨੀਆਂ ਬੀਬੀਆਂ ਦਾ ਜਥਾ ਸੀਗਾ ਉਹਨਾਂ ਦੇ ਨਾਲ ਰੇਲਵੇ ਸਟੇਸ਼ਨ ਬੈਠ ਗਏ ਜੀ। ਤੇ ਜਦੋਂ ਨਹੀਂ ਮਤਲਬ ਕਿ ਗੱਲ ਬਣੀ, ਜਾਣਾ ਹੀ ਪਿਆ ਬੱਸ ਚੜਨ ਦੇ ਲਈ ਜਿਹੜੀਆਂ। ਜਦੋਂ ਬੀਬੀ ਜੀ ਆ ਰਹੇ ਸੀ ਉਸ ਸਮੇਂ ਮੈਂ ਇੱਕ ਚੈਨਲ ਦੇ ਲਈ ਕੰਮ ਕਰਦਾ ਸੀ, ਹਾਂਜੀ, ਤੇ ਉਹ DSP ਤੇ SSP ਨਾਲ ਉਸ ਜ਼ਿਲ੍ਹੇ 'ਚ ਕੰਮ ਕਰਨ ਕਰਕੇ ਇਹਨਾਂ ਦਾ ਪਤਾ ਹੁੰਦਾ ਕਿ ਪੱਤਰਕਾਰ ਹੈ। ਤੇ ਮੈਂ ਹਾਕ ਮਾਰ ਕੇ SSP ਸਾਹਿਬ ਨੂੰ ਕਿਹਾ ਕਿ ਜਦੋਂ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਣ ਲੱਗੇ ਜੀ ਤੇ ਹੁਣ ਉਹ ਤੁਸੀਂ ਚੈਨਲ ਲਈ ਕੰਮ ਕਰਦੇ ਹੋ, ਸ਼ਾਰਟ ਦੀ ਗੱਲ ਹੁੰਦੀ ਹੈ, ਫੋਟੋ ਦੀ ਲੋੜ ਹੁੰਦੀ ਹੈ, ਤੇ ਉਹ ਉੱਚਾ ਬੋਰਡ ਲੱਗਿਆ ਹੋਇਆ ਸੀਗਾ ਕਿ ਰੋਪੜ ਰੇਲਵੇ ਸਟੇਸ਼ਨ, ਬਹੁਤ ਬੜਾ ਲੱਗਿਆ ਹੁੰਦਾ, ਪੀਲਾ ਰੰਗ ਕਰਕੇ ਉਹਨੂੰ ਹੈ ਨਾ ਲਾਇਆ ਹੁੰਦਾ ਜਿਵੇਂ। ਤੇ ਮੈਂ ਕਿਹਾ, ਮੈਂ SSP ਤੇ DSP ਨੂੰ ਕਿਹਾ, ਮੈਂ ਕਿਹਾ ਜੀ ਬੀਬੀ ਜੀ ਨੂੰ ਇਹਦੇ ਥੱਲੇ ਲਗਾਓ ਕਿ ਉੱਪਰੋਂ ਰੋਪੜ ਲਿਖਿਆ ਆ ਜਾਊਗਾ, ਥੱਲੇ ਆ ਜਾਊਗਾ। ਬੀਬੀ ਕਹਿੰਦੀ ਤੂੰ ਹਟਦਾ ਨਹੀਂ ਜੀ। ਤੇ ਬਾਅਦ ਚੋਂ ਫਿਰ ਚੰਡੀਗੜ੍ਹ ਆ ਕੇ ਜਦੋਂ ਪ੍ਰੈਸ ਕਾਨਫਰੰਸ ਤਾਂ ਵੀ ਉੱਥੇ ਸਾਰੇ ਪੱਤਰਕਾਰਾਂ ਸਾਹਮਣੇ ਕਹਿੰਦੀ ਆਹ ਦੇਖ ਲਓ, ਆਹ ਦੀਪਕ ਨਹੀਂ ਹਟਦਾ, ਮੈਨੂੰ ਕਹਿੰਦੇ ਬੋਰਡਾਂ ਥੱਲੇ ਲਗਾਓ, ਮੇਰੀਆਂ ਫੋਟੋਆਂ ਬਣਾਉਂਦਾ ਹੈ। ਬੀਬੀ ਜੀ ਫੋਟੋਆਂ ਕਦੇ ਬਣਾਉਣ 'ਚ ਤੇ ਕਦੇ ਲੁਕਾਉਣ 'ਚ ਇਹ ਸ਼ੁਰੂ ਤੋਂ ਰਹੇ ਨੇ ਉਹ। ਜੀ ਬਿਲਕੁਲ।